ਵਾਹਿਗੁਰੂ ਸਾਹਿਬ ਜੀਓ। ਏ ਸਰੀਰਾ ਮੇਰਿਆ इस जग में आए कै, क्या तुद कर्म कमाया के कर्म कमाया तुद शरीरा। जा तू जग में आया जिन हर तेरा रचन रचया, सो हर मन ना वसाया। गुर प्रसादी हर मन वसया, पूरब लिखिया पाया। कहे नानक एहो शरीर परवान होआ, जिन सतगुर स्यों चित लाया। कहे नानक एहो शरीर परवान होआ, जिन सतगुर स्यों चित लाया। वाहिगुरु जी का खालसा वाहिगुरु जी की फतेह। जुगो जुगा टल चबर छतर तख्त दे मालक, गुरता गद्दी ते सुभाईमान सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर जुड़ बैठी गुरु प्यारी गुरु सवारी साध संगत, आप वड्डियां भागां वाले हो जो निता प्रति सतगुरां दे हजूर आन के जीवन दे मनोरथ नूं संपूर्ण करदे हो। सतगुरां दा हर जस सरवण करके अपने जीवन नूं सवारन दा यतन करदे हो। सतगुरां ने बड़ी रहमत कीती है। धन गुरु अमरदास सच्चे पातशाह जी ने पावन बाणी श्री आनंद साहिब दी आपां पिछले दिनां तो विचार प्रारंभ कीती है। हुणे आप जी ने जो पावन बाणी दी 35वीं पौड़ी है वो मूल पाठ आप जी ने सरवण कीता है। सतगुरां ने बड़ियां बख्शिशां इस बाणी द्वारा कीतियां। सतगुरु अज सानू की उपदेश इस पौड़ी के द्वारा दृढ़ करवा रहे हैं। आप जी ने एकाग्रता बख्शनी। विचार दी रपता तो पहलों मन बिरतियां नू करो एकागर। सारे आखो जी सतनाम श्री वाहिगुरु साहिब जी। ए शरीरा मेरिया इस जग में आए कै, क्या तुद कर्म कमाया। साध संगत सतगुरां ने संबोधन किया है इस शरीर नूं ते नाल ही सवाल किया है कि शरीरा एक गल दस, तू की कर्म कमाया इत्थे आके, इस संसार ते आके किहड़ा कर्म कमाया। कोई ऐसा कर्म कमाया जिहदे नाल तैनूं रब मिल जावे। कोई यतन कोई ढंग की कीता है। ते साध संगत शरीर कवेगा कि कर्म तो मैं बहुत कीते, करता भी है शरीर कर्म। आपां गुरुद्वारे चल के आए हैं कि ये कर्म नहीं है, कर्म है। हर कारज जिहड़ा शरीर नाल कीता जांदा वो कर्म खवाउंदा है। ते साध संगत ये कर्म सिर्फ मनुखा जूनी दे विच है। बाकी जिहड़ियां जूनां हन वो भोग जूनां हन। वो संसार ते आउंदियां
ਆਪਣੇ ਸਮੇਂ ਨੂੰ ਬਤੀਤ ਕਰਕੇ ਭੋਗ ਕੇ ਖਾ ਕੇ ਪੀ ਕੇ ਉਹ ਸੰਸਾਰ ਤੋਂ ਚਲੇ ਜਾਂਦੇ ਆ। ਪਰ ਜਿਹੜਾ ਮਨੁੱਖਾ ਜੀਵਨ ਹੈ ਇਹਦਾ ਇੱਕ ਮਨੋਰਥ ਹੈ, ਇੱਕ ਕਰਮ ਹੈ, ਕਰਮ ਭੂਮੀ ਹੈ ਸਾਡੀ। ਬੜੇ ਸਮੇਂ ਬਾਅਦ ਸਾਨੂੰ ਮਿਲਿਆ। ਮਹਾਰਾਜ ਨੇ ਗੁਰਬਾਣੀ ਅੰਦਰ ਕਈ ਤਰੀਕਿਆਂ ਦੇ ਨਾਲ ਇਸ ਸਰੀਰ ਦੀ ਜਿਹੜੀ ਹੈ ਨਾ ਮਹਾਨਤਾ ਦਰਸਾਈ। ਜਿੱਥੇ ਮਹਾਰਾਜ ਨੇ ਕਹਿ ਦਿੱਤਾ ਕਿ ਭਾਈ ਇਹ ਇੱਕ ਤੈਨੂੰ ਅਵਸਰ ਮਿਲਿਆ ਹੈ, ਇਹ ਤੇਰਾ ਅਵਸਰ, ਇਹ ਤੇਰੀ ਯਾਦ, ਇਹ ਤੈਨੂੰ ਅਵਸਰ ਮਿਲਿਆ ਹੈ, ਇਹ ਜਿਹੜਾ ਸਰੀਰ ਮਿਲਿਆ ਨਾ ਇਹ ਤੈਨੂੰ ਸਮਾਂ ਮਿਲਿਆ ਹੈ ਇੱਕ। ਜਿੱਥੇ ਮਹਾਰਾਜ ਨੇ ਕਹਿ ਦਿੱਤਾ ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਆਣ ਰੁੱਤ ਨਾਹੀ ਮਤ ਭਰਮ ਭੁੱਲੋ ਭੁੱਲੋ। ਸਮਾਂ ਹੈ ਮਿਲਿਆ ਤੈਨੂੰ, ਰੁੱਤ ਹੈ ਇਹ ਆਈ ਹੋਈ। ਕਿਹੜੀ ਰੁੱਤ? ਸਰੀਰ ਦੀ ਰੁੱਤ। ਤੈਨੂੰ ਇਹ ਸਰੀਰ ਮਨੁੱਖਾ ਜੀਵਨ ਮਿਲਿਆ। ਤੇ ਸਤਿਗੁਰਾਂ ਨੇ ਇਹ ਵੀ ਕਹਿ ਦਿੱਤਾ ਕਿ ਭਾਈ ਜੇ ਤੈਨੂੰ ਮਿਲਿਆ ਹੈ ਤੇ ਇਹ ਵੀ ਗੱਲ ਯਾਦ ਰੱਖੀ, ਇਹ ਸਦਾ ਨਹੀਂ ਹੋ ਰਹਿਣਾ, ਇਹ ਗੱਲ ਯਾਦ ਰੱਖਣੀ ਪੈਣੀ। 3 ਅਵਸਥਾਵਾਂ ਸਤਿਗੁਰਾਂ ਨੇ ਇਸ ਸਰੀਰ ਦੀਆਂ ਦੱਸੀਆਂ। ਬਾਲ ਜਵਾਨੀ ਅਰ ਬਿਰਧ ਫੁਨ 3 ਅਵਸਥਾ ਜਾਣ। 3 ਅਵਸਥਾ ਦੱਸੀਆਂ। ਇਹਨਾਂ 3 ਅਵਸਥਾ ਦੇ ਵਿੱਚ ਮਨੁੱਖ ਜਾਂਦਾ ਹੈ। ਭਾਵੇਂ ਕਿ ਸਾਧ ਸੰਗਤ ਸਾਡਾ ਸਰੀਰ ਨਿੱਤਾ ਪ੍ਰਤੀ ਜਿਹੜਾ ਹੈ ਨਾ ਉਹ ਖੀਨ ਹੁੰਦਾ ਜਾਂਦਾ, ਨਿੱਤਾ ਪ੍ਰਤੀ ਹਰ ਰੋਜ਼। ਜਿੰਨੀ ਐਨਰਜੀ ਬਚਪਨ ਦੇ ਵਿੱਚ ਹੁੰਦੀ ਹੈ ਉਨੀ ਐਨਰਜੀ ਜਵਾਨੀ 'ਚ ਨਹੀਂ ਹੁੰਦੀ, ਅਤੇ ਜਿੰਨੀ ਜਵਾਨੀ 'ਚ ਐਨਰਜੀ ਹੁੰਦੀ ਉਨੀ ਬੁਢੇਪੇ 'ਚ ਨਹੀਂ ਹੁੰਦੀ। ਇਸ ਕਰਕੇ ਨਿੱਤਾ ਪ੍ਰਤੀ ਖੀਨ ਹੁੰਦਾ। ਪਰ ਫਿਰ ਵੀ ਸਤਿਗੁਰਾਂ ਨੇ ਸਾਨੂੰ 3 ਸਟੇਜਾਂ ਦੱਸੀਆਂ ਕਿ ਭਾਈ ਤੇਰੇ ਸਰੀਰ ਦੀਆਂ 3 ਸਟੇਜਾਂ ਹਨ। ਪਹਿਲੀ ਹੈ ਤੂੰ ਬਚਪਨ ਦੇ ਵਿੱਚ ਰੱਬ ਨੂੰ ਯਾਦ ਕਰ ਲਾ, ਜੇ ਨਹੀਂ ਹੁੰਦਾ ਫਿਰ ਜਵਾਨੀ 'ਚ ਯਾਦ ਕਰ ਲਾ, ਫਿਰ ਵੀ ਨਹੀਂ ਹੁੰਦਾ ਤਾਂ ਬੁਢੇਪੇ ਯਾਦ ਕਰ ਲਾ। ਅਕਸਰ ਮਨੁੱਖ ਕੀ ਕਰਦਾ ਹੈ ਕਿ ਬਚਪਨ ਜਿਹੜਾ ਹੈ ਨਾ ਸਰੀਰ 'ਤੇ ਜਦੋਂ ਬਚਪਨ ਹੁੰਦਾ ਹੈ ਉਦੋਂ ਖੇਡਾਂ ਦੇ ਵਿੱਚ ਆਪਣਾ ਜੀਵਨ ਜਿਹੜਾ ਉਹਦਾ ਲੰਘ ਜਾਂਦਾ। ਬੱਚੇ ਨੂੰ ਨਹੀਂ ਪਤਾ ਪਰਮਾਰਥ ਕੀ ਹੈ, ਉਸ ਵਾਹਿਗੁਰੂ ਨੂੰ ਪਾਉਣ ਦਾ ਰਸਤਾ ਕੀ ਹੈ, ਨਹੀਂ ਪਤਾ ਬੱਚੇ ਨੂੰ। ਫਿਰ ਜਦੋਂ ਜਵਾਨੀ ਆਉਂਦੀ ਹੈ ਫਿਰ ਰਸਾਂ ਕਸਾਂ 'ਚ ਜੀਵਨ ਬਤੀਤ ਹੋਣ ਲੱਗ ਜਾਂਦਾ, ਫਿਰ ਵੀ ਰੱਬ ਨੂੰ ਯਾਦ ਨਹੀਂ ਕਰਦਾ। ਅਤੇ ਸਭ ਤੋਂ ਜ਼ਰੂਰੀ ਅੰਗ ਜਿਹੜਾ ਹੈ ਨਾ ਇਸ ਸਰੀਰ ਦਾ, ਸਭ ਤੋਂ ਜ਼ਰੂਰੀ ਸਮਾਂ ਉਹ ਜਵਾਨੀ ਹੈ, ਜਿਹਦੇ ਵਿੱਚ ਮਨੁੱਖ ਜਪ ਲਵੇ ਅਤੇ ਬੁਢੇਪਾ ਸੌਖਾ ਲੰਘਦਾ ਹੈ। ਪਰ ਇਹਦੇ ਵਿੱਚ ਸਤਿਗੁਰੂ ਕਹਿੰਦੇ ਰਸਾਂ ਦੇ ਵਿੱਚ ਬਤੀਤ ਕਰ ਲੈਂਦਾ, ਫਿਰ ਉਸ ਤੋਂ ਬਾਅਦ ਬੁਢੇਪਾ ਜੀਵਨ 'ਚ ਆ ਜਾਂਦਾ ਹੈ। ਅਤੇ ਬੁਢੇਪੇ ਦੀ ਸਭ ਤੋਂ ਵੱਡੀ ਕਮੀ ਇਹ ਹੁੰਦੀ ਹੈ ਸਾਧ ਸੰਗਤ ਕਿ ਮੈਂ ਸਾਰਾ ਕੁਝ ਜਾਣਦਾ। ਇਹ ਬੁਢੇਪੇ ਦੀ ਸਭ ਤੋਂ ਵੱਡੀ ਕਮੀ ਹੈ। ਕਿਉਂ ਨਹੀਂ ਰੱਬ ਨੂੰ ਜਪਦਾ? ਕਿਉਂਕਿ ਮਨੁੱਖ ਸੋਚਦਾ ਕਿ ਜਿੰਨੀ ਮੈਂ ਉਮਰ ਹੰਢਾਲੀ ਹੈ ਇੰਨੀ ਉਮਰ ਤੁਸੀਂ ਨਹੀਂ ਹੰਢਾਈ, ਮੈਨੂੰ ਸਾਰਾ ਕੁਝ ਪਤਾ ਹੈ। ਇਸ ਕਰਕੇ ਦੋਸ਼ ਬੜਾ ਵੱਡਾ ਬੁਢੇਪੇ ਦੇ ਵਿੱਚ, ਅਤੇ ਤਾਂ ਕਰਕੇ ਮਨੁੱਖ ਹੰਕਾਰੀ ਹੋ ਕੇ ਬੁਢੇਪੇ 'ਚ ਨਹੀਂ ਜਪਦਾ। ਪਰ ਜਿਨ੍ਹਾਂ ਨੂੰ ਦਾਤ ਮਿਲ ਜਾਂਦੀ ਬਚਪਨ ਦੇ ਵਿੱਚ ਉਹ ਵੀ ਵਡਭਾਗੇ ਹੁੰਦੇ ਆ। ਭਗਤ ਪ੍ਰਹਿਲਾਦ ਵਰਗੇ, ਭਗਤ ਧਰੂਵ ਵਰਗੇ, ਜਿਨ੍ਹਾਂ ਨੂੰ ਬਚਪਨ 'ਚ ਹੀ ਦਾਤ ਵਾਹਿਗੁਰੂ ਨੇ ਦੇ ਦਿੱਤੀ ਨਾਮ ਦੀ। 5 ਬਰਖ ਕੋ ਅਨਾਥ ਧੂ ਬਾਲਕ ਹਰ ਜਪਿਓ, ਉਹਨਾਂ ਨੇ ਹਰੀ ਨੂੰ ਜਪਿਆ। 5 ਬਰਖ ਦੇ ਨੇ ਭਗਤ ਧਰੂਵ ਨੇ। ਪਰ ਜਿਨ੍ਹਾਂ ਨੂੰ ਫਿਰ ਵੀ ਸਤਿਗੁਰੂ ਕਿਰਪਾ ਕਰੇ ਜਵਾਨੀ ਦੇ ਵਿੱਚ ਦਾਤ ਬਖਸ਼ ਦਿੰਦਾ, ਜਦੋਂ ਇਸ ਸਰੀਰ ਦੇ ਉੱਤੇ ਜਵਾਨੀ ਆਉਂਦੀ ਹੈ ਉਹ ਵੀ ਜਪ ਕੇ ਪਰਮੇਸ਼ਰ ਨੂੰ ਯਾਦ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਲੈਂਦੇ। ਅਤੇ ਜੇਕਰ ਸਤਿਗੁਰ ਕਹਿੰਦੇ ਕੋਈ ਗੱਲ ਨਹੀਂ, ਤੇਰਾ ਬਚਪਨ ਵੀ ਬੀਤ ਗਿਆ, ਤੇਰੀ ਜਵਾਨੀ ਵੀ ਬੀਤ ਗਈ, ਹੁਣ ਤੇਰੇ 'ਤੇ ਬੁਢੇਪਾ ਆ ਗਿਆ, ਹੁਣ ਤੇਰੇ 'ਤੇ ਬੁਢੇਪਾ ਆ ਗਿਆ, ਪਰ ਫਿਕਰ ਨਾ ਕਰ, ਹੁਣ ਵੀ ਜਪ ਲਾ, ਹੁਣ ਵੀ ਤੇਰਾ ਕੋਈ ਕਾਰਜ ਸਵਰ ਸਕਦਾ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਸਰੀਰ ਗ੍ਰਸੀ ਨਹੀਂ ਕਾਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ। ਕਹਿੰਦੇ ਜਿੰਨਾ ਚਿਰ ਤੇਰੇ ਸਰੀਰ ਨੂੰ ਬੁਢੇਪੇ ਨੇ ਨਹੀਂ ਖਾਧਾ, ਜਿੰਨਾ ਚਿਰ ਜਰਾ ਦਾ ਅਰਥ ਹੁੰਦਾ ਹੈ ਬੁਢੇਪਾ, ਜਿੰਨਾ ਚਿਰ ਤੇਰੇ ਸਰੀਰ 'ਤੇ ਬੁਢੇਪਾ ਨਹੀਂ ਆਇਆ ਉਹਨਾਂ ਚਿਰ ਵਾਹਿਗੁਰੂ ਨੂੰ ਯਾਦ ਕਰ ਲਾ। ਨਹੀਂ ਯਾਦ ਕੀਤਾ ਫਿਰ ਇੱਕ ਗੱਲ ਯਾਦ ਰੱਖ, ਜਿੰਨਾ ਚਿਰ ਤੇਰੇ 'ਤੇ ਰੋਗ ਨਹੀਂ ਨਾ ਕੋਈ ਆਉਂਦਾ। ਰੋਗ ਜਿਹੜਾ ਸਰੀਰ ਨੂੰ ਖੀਨ ਕਰਦਾ, ਨਾਸ਼ ਕਰਦਾ, ਕੋਈ ਵੀ ਰੋਗ ਲੱਗ ਜੇ, ਨਿੱਕੇ ਤੋਂ ਨਿੱਕਾ ਰੋਗ ਵੀ ਮਨੁੱਖ ਨੂੰ ਤੰਗ ਕਰਦਾ। ਸਰੀਰ ਦੇ ਵਿੱਚ ਕਿਤੇ ਛੋਟੀ ਜਿਹੀ ਵੀ ਦਰਦ ਕਿਤੇ ਹੋਣ ਲੱਗ ਜਾਵੇ ਅਤੇ ਮਨੁੱਖ ਦਾ ਜਿਹੜਾ ਹੈ ਨਾ ਉਹ ਸਾਰਾ ਦਿਨ ਬੁਰਾ ਲੰਘਦਾ। ਕਹਿੰਦਾ ਬੜਾ ਸਰੀਰ ਦਰਦ ਕਰਦਾ ਅੱਜ। ਤੇ ਮਹਾਰਾਜ ਕਹਿੰਦੇ ਜੇ ਸਰੀਰ ਦੇ ਉੱਤੇ ਤੇਰੇ ਬੁਢੇਪਾ ਨਹੀਂ ਆਇਆ, ਅਤੇ ਜੇ ਤੇਰੇ ਸਰੀਰ ਨੂੰ ਕੋਈ ਰੋਗ ਨਹੀਂ ਲੱਗਾ,
ਤੇ ਜਿੰਨਾ ਚਿਰ ਤੇਰੀ ਬਾਣੀ ਬਿਕਲ ਦਾ ਅਰਥ ਜੇ ਤੂੰ ਜਿਵੇਂ ਬੋਲਦਾ ਹੈ ਤੂੰ, ਤੇ ਕਈ ਵਾਰੀ ਜ਼ਬਾਨ ਜਿਹੜੀ ਆ ਵਲ ਖਾਣ ਲੱਗ ਪੈਂਦੀ ਬੁਢੇਪੇ ਦੇ ਵਿੱਚ। ਸਤਿਗੁਰੂ ਕਹਿੰਦੇ ਉਨੇ ਚਿਰ ਸਾਰੰਗ ਪਾਣੀ ਵਾਹਿਗੁਰੂ ਨੂੰ ਯਾਦ ਕਰ ਲਾ। ਜਿੰਨਾ ਚਿਰ ਤੇਰੇ ਸਰੀਰ 'ਤੇ ਬੁਢੇਪਾ ਨਹੀਂ ਆਉਂਦਾ, ਰੋਗ ਨਹੀਂ ਆਉਂਦਾ, ਤੇ ਜੇ ਰੋਗ ਨਹੀਂ ਤੇ ਜੇ ਤੇਰੀ ਜੀਭ ਜਿਹੜੀ ਆ ਉਹ ਤੇਰਾ ਸਾਥ ਜਿੰਨਾ ਚਿਰ ਦਿੰਦੀ ਉਹਨਾਂ ਚਿਰ ਰੱਬ ਨੂੰ ਜਪ ਲਾ। ਭੱਜ ਲਾ ਉਹਨੂੰ, ਭੱਜ ਲੈ ਰੇ ਮਨ ਸਾਰੰਗ ਪਾਣੀ, ਉਹਨੂੰ ਯਾਦ ਕਰ ਲਾ। ਤੇ ਸਾਧ ਸੰਗਤ, ਸਭ ਤੋਂ ਵੱਧ ਮਨੁੱਖ ਨੂੰ ਹੰਕਾਰ ਇਸ ਦੇਹ ਦਾ ਹੁੰਦਾ, ਇਸ ਸਰੀਰ ਦਾ ਹੁੰਦਾ, ਸਭ ਤੋਂ ਵੱਧ। ਇਸ ਸਰੀਰ ਦਾ ਹੰਕਾਰ ਸਭ ਤੋਂ ਵੱਧ ਹੁੰਦਾ ਹੈ। ਜਿਹਦੇ ਕੋਲ ਤਾਕਤ ਹੋ ਜਾਂਦੀ, ਚੰਗਾ ਸਰੀਰ, ਜਿਹਨੂੰ ਵਾਹਿਗੁਰੂ ਰਿਸ਼ਟ ਪੁਸ਼ਟ ਸਰੀਰ ਦਿੰਦਾ, ਉਹਨੂੰ ਉਸ ਸਰੀਰ ਦਾ ਮਾਣ ਹੋ ਜਾਂਦਾ, ਹੰਕਾਰ ਹੋ ਜਾਂਦਾ। ਜੇ ਕਿਤੇ ਵਾਹਿਗੁਰੂ ਕਿਤੇ ਚੰਗੀ ਸੁੰਦਰਤਾ ਦੇ ਦੇਵੇ ਕਿਸੇ ਨੂੰ, ਉਹਦਾ ਮਾਣ ਹੋ ਜਾਂਦਾ। ਉਹ ਵੀ ਤਾਂ ਸਰੀਰ ਦੀ ਆਉਂਦੀ ਹੈ ਸੁੰਦਰਤਾ। ਤੇ ਸਤਿਗੁਰੂ ਕਹਿੰਦੇ ਆ ਕਿ ਭਾਈ ਇਹ ਸਰੀਰ ਦਾ ਮਾਣ ਜਿਹੜਾ ਕਿਸੇ ਕੰਮ ਦਾ ਨਹੀਂ। ਇਹ ਯਾਦ ਕਰਕੇ ਤੂੰ ਕਰਨ ਕੀ ਆਇਆ ਸੀ, ਜਿਹੜਾ ਕੰਮ ਕਰਨ ਆਇਆ ਸੀ ਕੀ ਤੂੰ ਉਹ ਕੀਤਾ? ਤੇ ਮਹਾਰਾਜ ਕਰਮ ਤੇ ਬੜੇ ਕਮਾਏ। ਕੋਈ ਕਹੇਗਾ ਮਹਾਰਾਜ ਮੈਂ ਤੇ ਜਲ ਸਮਾਧੀ ਲਈ, ਉੱਥੇ ਜਾ ਕੇ ਰੱਬ ਨੂੰ ਯਾਦ ਕੀਤਾ, ਫਿਰ ਮੈਂ ਤਪ ਕਈ ਕੀਤੇ, ਪ੍ਰਾਣਾਯਾਮ ਕੀਤੇ, ਜੰਗਲਾਂ 'ਚ ਭਟਕਿਆ, ਬੜਾ ਕੁਝ ਕੀਤਾ। ਮਹਾਰਾਜ ਤੁਸੀਂ ਕਹਿੰਦੇ ਹੋ ਕੀ ਕਰਮ ਕਮਾਉਂਦਾ ਪਿਆ? ਸਤਿਗੁਰੂ ਕਹਿੰਦੇ ਸਰੀਰਾ ਮੇਰਿਆ ਸਰੀਰਾ, ਇਸ ਜੱਗ ਮੈਂ ਆਏ ਕਿ ਇਸ ਜਗਤ 'ਚ ਆ ਕੇ, ਇਸ ਜੱਗ 'ਚ ਆ ਕੇ ਕਿਆ ਤੁਧ ਕਰਮ ਕਮਾਇਆ? ਕਿਹੜੇ ਕਰਮਾਂ 'ਚ ਲੱਗ ਗਿਆ? ਆਇਆ ਸੀ ਭਜਨ ਵਾਸਤੇ, ਬੰਦਗੀ ਵਾਸਤੇ। ਤੇ ਸਾਧ ਸੰਗਤ ਤੇ ਜਿਹੜੀ ਦੇਹ ਆ ਸਾਨੂੰ ਅਸੀਂ ਆਪ ਨਹੀਂ ਲਈ, ਇਹ ਸਰੀਰ ਇਹ ਅਸੀਂ ਆਪ ਨਹੀਂ ਲਿਆ, ਇਹ ਸਾਨੂੰ ਮਿਲਿਆ ਹੈ। ਵਾਹਿਗੁਰੂ ਨੇ ਸਾਨੂੰ ਦਿੱਤਾ ਹੈ ਕਿਰਪਾ ਕਰਕੇ। ਆਪਾਂ ਪੜ੍ਹਦੇ ਹਾਂ ਰੋਜ਼, ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਰਹਿ ਰਸ ਦੀ ਬਾਣੀ। ਮਹਾਰਾਜ ਕਹਿੰਦੇ ਭਈ ਪ੍ਰਾਪਤ ਦਾ ਅਰਥ ਮਿਲ ਜਾਣੀ। ਭਈ ਪ੍ਰਾਪਤ ਮਨੁੱਖ ਦੇ ਹੋਰੀਆ, ਲਈ ਨਹੀਂ ਆ ਪ੍ਰਾਪਤ ਕੀਤੀ ਹੈ। ਭਈ ਪ੍ਰਾਪਤ ਮਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਮਤ ਸੋਚੀਏ ਕਿ ਸਰੀਰ ਅਸੀਂ ਲਿਆ ਹੈ, ਸਾਨੂੰ ਮਿਲਿਆ ਹੈ ਉਹਦੀ ਕਿਰਪਾ ਦੇ ਨਾਲ, ਉਸ ਵਾਹਿਗੁਰੂ ਨੇ ਸਾਨੂੰ ਦਿੱਤਾ ਹੈ। ਤੇ ਇਸ ਸਰੀਰ ਨੂੰ ਸਤਿਗੁਰਾਂ ਨੇ ਕਿਹਾ ਇਹੋ ਹਰੀ ਮੰਦਰ ਹੈ, ਇਹਦੇ ਵਿੱਚ ਹੀ ਸਾਰਾ ਕੁਛ ਹੈ, ਇਹਦੇ ਵਿੱਚ ਹੀ ਵਾਹਿਗੁਰੂ ਦਾ ਨਾਮ ਹੈ, ਤੇ ਇਹਦੇ ਵਿੱਚ ਹੀ ਵਿਕਾਰ ਹਨ, ਇਹਦੇ ਵਿੱਚ ਹੀ ਤ੍ਰਿਸ਼ਨਾ ਹੈ, ਇਹਦੇ ਸਰੀਰ ਦੇ ਵਿੱਚ ਹੀ ਪ੍ਰਭੂ ਦਾ ਨਾਮ ਹੈ। ਹਰ ਚੀਜ਼ ਇਸ ਸਰੀਰ ਦੇ ਅੰਦਰ ਹੈ। ਸਤਿਗੁਰਾਂ ਨੇ ਕਹਿ ਦਿੱਤਾ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੋ ਬ੍ਰਹਿਮੰਡ ਪਿੰਡ ਸੋ ਜਾਨੋ, ਪਿੰਡ ਸਰੀਰ, ਬ੍ਰਹਿਮੰਡ ਸੰਸਾਰ। ਭਗਤ ਜੀ ਵੀ ਕਹਿੰਦੇ ਭਗਤ ਪੀਪਾ ਜੀ, ਜੋ ਬ੍ਰਹਿਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਕਹਿੰਦੇ ਸਰੀਰ ਦੇ ਵਿੱਚ ਹੀ ਸਾਰਾ ਕੁਛ ਹੈ, ਹਰ ਚੀਜ਼, ਹਰ ਵਸਤੂ, ਜਗਤ ਦਾ ਜਿੰਨਾ ਨਕਸ਼ਾ ਹੈ, ਜੋ ਵੀ ਕੁਛ ਹੈ ਸੰਸਾਰ ਦੇ ਵਿੱਚ, ਜੋ ਵਾਹਿਗੁਰੂ ਜਿਵੇਂ ਵਸਦਾ ਹੈ ਉਵੇਂ ਸਾਡੇ ਸਰੀਰ ਦੇ ਵਿੱਚ ਹੈ। ਹਰ ਚੀਜ਼ ਸਾਡੇ ਸਰੀਰ 'ਚੋਂ ਪੈਦਾ ਹੁੰਦੀ, ਹਰ ਚੀਜ਼। ਤੇ ਇੱਥੋਂ ਤੱਕ ਵਿਗਿਆਨੀ ਹੈਰਾਨ ਹੁੰਦੇ ਆ ਕਿ ਜਦੋਂ ਇਸ ਸੰਸਾਰ ਦੇ ਉੱਤੇ ਕਿਸੇ ਟੈਲੀਸਕੋਪ ਦੀ ਜਿਹੜੀ ਸੀ ਵਰਤੋਂ ਨਹੀਂ ਸੀ ਹੁੰਦੀ, ਸੰਸਾਰ ਦੇ ਲੋਕਾਂ ਨੂੰ ਜਦੋਂ ਪਤਾ ਹੀ ਨਹੀਂ ਸੀ ਕਿ ਬ੍ਰਹਿਮੰਡ ਕੀ ਹੁੰਦਾ, ਪਰ ਉਦੋਂ ਵੀ ਕਈ ਰਿਸ਼ੀਆਂ ਮੁਨੀਆਂ ਨੇ ਇਸ ਸੰਸਾਰ ਦੀ ਜਿਹੜੀ ਸਾਰੀ ਯਾਤਰਾ ਕਰਕੇ ਦੱਸ ਦਿੱਤਾ ਸੀ ਕਿ ਸੂਰਜ ਜਿਹੜਾ ਉਹ ਕਿੱਥੇ ਹੈ, ਉਹਦਾ ਕੀ ਧਰਤੀ ਨਾਲ ਸੰਬੰਧ ਹੈ, ਤੇ ਚੰਦਰਮਾ ਦਾ ਕੀ ਸੰਬੰਧ ਹੈ। ਰਿਸ਼ੀਆਂ ਮੁਨੀਆਂ ਨੇ ਦੱਸ ਦਿੱਤਾ। ਆਰੀਆ ਭੱਟ ਵਰਗੇ ਜਿਹੜੇ ਰਿਸ਼ੀ ਮੁਨੀ ਹੋਏ, ਕਿਉਂ? ਕਿਉਂਕਿ ਉਹਨਾਂ ਨੇ ਆਪਣੇ ਅੰਦਰ ਝਾਕਿਆ, ਅੰਦਰੋਂ ਹੀ ਉਹਨਾਂ ਨੂੰ ਲੱਭ ਗਿਆ ਕਿ ਹਾਂ ਇਹ ਸਰੀਰ ਜਿਹੜਾ ਜੁੜਿਆ ਹੋਇਆ ਹੈ ਇਸ ਕਾਇਨਾਤ ਦੇ ਨਾਲ, ਸਾਡਾ ਸਰੀਰ ਜੁੜਿਆ ਹੈ, ਇਹਦਾ ਸੰਬੰਧ ਹੈ ਸੰਸਾਰ ਦੇ ਨਾਲ। ਇਸੇ ਕਰਕੇ ਜਦੋਂ ਮਨੁੱਖ ਦੀ ਮੌਤ ਹੋ ਜਾਂਦੀ ਆ, ਉਹ ਪੰਜ ਤੱਤ ਆਪਣੇ ਤੱਤ 'ਚ ਮਲੀਨ ਹੋ ਜਾਂਦੇ ਆ, ਜਿੱਥੋਂ ਆਏ ਹੁੰਦੇ ਉੱਥੇ ਚਲੇ ਜਾਂਦੇ। ਮਹਾਰਾਜ ਨੇ ਕਿਹਾ ਕਿ ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਭਇਆ। ਮਰਦਾ ਕੌਣ ਹੈ? ਕੋਈ ਵੀ ਨਹੀਂ। ਸਾਰੇ ਤੱਤ ਜਿਹੜੇ ਆ ਆਪਣੇ ਆਪ ਦੇ ਵਿੱਚ ਵਿਲੀਨ ਹੋ ਜਾਂਦੇ। ਮਹਾਰਾਜ ਕਹਿੰਦੇ ਇਸੇ ਕਰਕੇ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸਰੀਰ ਜਿਹੜਾ ਨਾ ਇੱਕ ਤੈਨੂੰ ਅਵਸਰ ਦੇ ਤੌਰ 'ਤੇ ਮਿਲਿਆ, ਪਰ ਤੂੰ ਕੀਤਾ ਕੀ? ਮਹਾਰਾਜ ਬੜਾ ਕੁਝ ਕੀਤਾ, ਜਲ ਸਮਾਧੀਆਂ ਲਈਆਂ, ਤਪ ਕੀਤੇ, ਭਜਨ ਕੀਤੇ, ਤੁਸੀਂ ਕਹਿੰਦੇ ਕੀਤਾ ਕੀ? ਮਹਾਰਾਜ ਕਹਿੰਦੇ ਕਿਸੇ ਕੰਮ ਨਹੀਂ ਆਉਣਾ। ਕਿ ਕਰਮ ਕਮਾਇਆ ਤੁਧ ਸਰੀਰਾ ਜਾਤੂ ਜਗ ਮੈਂ ਆਇਆ। ਇਹ ਕਿਹੋ ਜਿਹੇ ਕਰਮ ਕਰਨ ਲੱਗ ਗਿਆ ਤੂੰ? ਇੱਦਾਂ ਥੋੜ੍ਹੀ ਵਾਹਿਗੁਰੂ ਮਿਲਣਾ ਹੈ। ਜਾਤੂ ਜਗ ਮੈਂ ਆਇਆ, ਜਦ ਤੂੰ ਜਗਤ ਦੇ ਵਿੱਚ ਆਇਆ ਸੀ ਤੇ ਤੂੰ ਇਹੋ ਜਿਹੇ ਕਰਮ ਕਿਉਂ ਕਰਨ ਲੱਗ ਗਿਆ ਜਿਹੜੇ ਤੈਨੂੰ ਨਹੀਂ ਸੀ ਕਰਨੇ ਚਾਹੀਦੇ?
ਸੰਸਾਰ ਦੇ ਰਸਾਂ ਕਸਾਂ ਦੇ ਵਿੱਚ ਪੈ ਕੇ ਸਰੀਰ ਨੂੰ ਸ਼ਿੰਗਾਰਨ ਵੱਲ ਚੱਲ ਪਿਆ। ਚੰਗੇ ਤੋਂ ਚੰਗੇ ਬ੍ਰਾਂਡਡ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਚੰਗੇ ਤੋਂ ਚੰਗੇ ਹੀਰਿਆਂ ਦੇ ਹਾਰ ਸੋਨੇ ਦੇ ਨਾਲ ਸਰੀਰ ਨੂੰ ਮੜ੍ਹਨ ਲੱਗ ਪਿਆ ਵੀ ਸ਼ਾਇਦ ਹੋਰ ਸੁੰਦਰਤਾ ਮਿਲ ਜੇ। ਸਰੀਰ ਨੂੰ ਸਵਾਰਨ ਵਾਸਤੇ ਦੁਨੀਆ ਚੱਲੀ ਫਿਰਦੀ ਹੈ ਸਾਰੀ। ਮਹਾਰਾਜ ਕਹਿੰਦੇ ਕਿਹੜੇ ਕਰਮਾਂ ਦੇ ਵਿੱਚ ਲੱਗ ਗਿਆ? ਕਰਮ ਤੇਰਾ ਹੋਰ ਸੀ। ਹੁਣ ਸਤਿਗੁਰੂ ਤੀਸਰੀ ਪੰਕਤੀ 'ਚ ਬਖਸ਼ਿਸ਼ ਕਰਦੇ ਕਰਮ ਕੀ ਸੀ? ਮਹਾਰਾਜ ਕਹਿੰਦੇ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਅਸਲੀ ਕਰਮ ਤੇਰਾ ਇਹ ਸੀ, ਤੂੰ ਕਰਮ ਕਰਨ ਵਾਸਤੇ ਆਇਆ ਸੀ ਕਿ ਤੂੰ ਉਸ ਵਾਹਿਗੁਰੂ ਨੂੰ ਯਾਦ ਕਰ, ਉਹਨੂੰ ਯਾਦ ਕਰਕੇ ਉਹਦੇ ਵਿੱਚ ਲੀਨਤਾ ਪ੍ਰਾਪਤ ਕਰਨੀ ਸੀ। ਇਹ ਕਰਮ ਕਰਨ ਵਾਸਤੇ ਆਇਆ ਸੀ ਸੰਸਾਰ 'ਤੇ। ਇਹ ਤੇਰਾ ਮਨੋਰਥ ਸੀ ਅਤੇ ਇਹ ਮਨੋਰਥ ਨੂੰ ਤੂੰ ਭੁੱਲ ਗਿਆ। ਮਹਾਰਾਜ ਕਹਿੰਦੇ ਜਿਨ ਹਰ ਤੇਰਾ ਰਚਨ ਰਚਿਆ, ਜਿਹਨੇ ਰਚਿਆ ਹੈ ਤੈਨੂੰ, ਜਿਹਨੇ ਤੈਨੂੰ ਬਣਾਇਆ ਹੈ, ਜਿਹਨੇ ਤੇਰੇ ਅੰਗ ਪ੍ਰਤੰਗ ਕਿੰਨਾ ਕੁਛ ਤੈਨੂੰ ਦਿੱਤਾ। ਸਰੀਰ ਦੀ ਹਰ ਵਸਤੂ, ਹਰ ਚੀਜ਼ ਜਿਹੜੀ ਹੈ ਤੈਨੂੰ ਪ੍ਰਾਪਤ ਹੋਈ। ਤੇਰਾ ਸਰੀਰ ਉਸ ਵਾਹਿਗੁਰੂ ਨੇ ਬਣਾਇਆ। ਅਤੇ ਮਹਾਰਾਜ ਕਹਿੰਦੇ ਭਾਈ ਜਿਨ ਹਰ ਤੇਰਾ ਰਚਨ, ਜਿਹਨੇ ਤੈਨੂੰ ਰਚਿਆ ਹੈ ਉਹਨੂੰ ਕਿਉਂ ਨਹੀਂ ਮਨ 'ਚ ਵਸਾਇਆ? ਕੰਮ ਤਾਂ ਇਹ ਸੀ ਉਹਨੂੰ ਭੱਜਦਾ, ਉਹਨੂੰ ਯਾਦ ਕਰਦਾ, ਜਿਹਦੇ ਤੋਂ ਵਿਛੜ ਕੇ ਤੂੰ ਆਇਆ, ਜਿਹਨੇ ਤੈਨੂੰ ਅਵਸਰ ਦਿੱਤਾ ਹੈ ਇਹ ਕਿ ਭਾਈ ਇਹ ਅਵਸਰ ਜਿਹੜਾ ਮਿਲਿਆ ਹੈ। ਮਹਾਰਾਜ ਕਹਿੰਦੇ ਅਵਸਰ ਬੀਤਿਓ ਜਾਤ ਹੈ ਕਹੇ ਮਾਨ ਲਓ ਮੇਰੂ। ਅਵਸਰ ਬੀਤਦਾ ਜਾਂਦਾ ਹੈ ਪਰ ਮਨੁੱਖ ਕਹਾ ਨਹੀਂ ਮੰਨਦਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸਮਝ ਲਾ ਜੇ ਵੀ ਸਮਾਂ ਹੈ, ਕਿਉਂ ਤੂੰ ਆਪਣਾ ਜੀਵਨ ਵਿਅਰਥ ਗਵਾਈ ਜਾਂਦਾ ਹੈ? ਇਹ ਸਮਾਂ ਲੰਘਦਾ ਜਾਂਦਾ ਹੈ, ਸਰੀਰ ਜਿਹੜਾ ਖੀਣ ਹੁੰਦਾ ਜਾਂਦਾ, ਅਵਸਥਾਵਾਂ ਬਦਲਦੀਆਂ ਜਾਂਦੀਆਂ ਹਰ ਦਿਨ। ਇੱਥੋਂ ਤੱਕ ਹਰ ਸਵਾਸ ਦੇ ਨਾਲ ਸਾਡਾ ਸਰੀਰ ਜਿਹੜਾ ਕੀਣ ਹੁੰਦਾ ਜਾਂਦਾ, ਹਰ ਸਵਾਸ ਦੇ ਨਾਲ। ਜਿਹੜਾ ਇੱਕ ਵਾਰ ਸਵਾਸ ਆ ਗਿਆ ਦੁਬਾਰਾ ਥੋੜ੍ਹੀ ਹੋਣਾ, ਲੰਘਦਾ ਜਾਂਦਾ ਹੈ ਸਮਾਂ। ਫਿਰ ਮਨੁੱਖ ਦੀ ਹਾਲਤ ਹੋ ਜਾਂਦੀ ਹੈ ਕਿ ਜੋ ਮਨ ਚੇਤਨ ਅਚੇਤੇ ਸਨ ਸੋ ਗਾਲੀ ਰੱਬ ਕੀਆ। ਫਿਰ ਜਿਵੇਂ ਦਰਿਆ ਦੇ ਕੰਢੇ 'ਤੇ ਬਗਲਾ ਬੈਠਾ ਸੋਚਦਾ ਕਿ ਮੱਛੀਆਂ ਖਾਵਾਂ, ਇੰਨੇ ਚਿਰ ਨੂੰ ਬਾਜ਼ ਆਣ ਕੇ ਪੈ ਜਾਣ। ਫਿਰ ਇਹ ਹਾਲਤ ਮਨੁੱਖ ਦੀ ਹੋ ਜਾਂਦੀ ਹੈ। ਜਿੰਨਾ ਚਿਰ ਸਰੀਰ ਦੇ ਉੱਤੇ ਕਾਲ ਨਹੀਂ ਆਉਂਦਾ, ਮੌਤ ਨਹੀਂ ਆਉਂਦੀ, ਅਤੇ ਸਭ ਤੋਂ ਵੱਡਾ ਮਨੁੱਖ ਨੂੰ ਇਹੀ ਭੁੱਲਿਆ ਕਿ ਸ਼ਾਇਦ ਮੈਂ ਬੁਢੇਪੇ ਦੇ ਵਿੱਚ ਜਾ ਕੇ ਮਰਨਾ। ਮਹਾਰਾਜ ਕਹਿੰਦੇ ਕੋਈ ਪਤਾ ਨਹੀਂ, ਇਹ ਤੂੰ ਲਿਖ ਕੇ ਨਹੀਂ ਆਇਆ ਕਿ ਮੈਂ ਬੁਢੇਪੇ 'ਚ ਹੀ ਜਾਣਾ, ਪਤਾ ਨਹੀਂ ਕਦੋਂ ਉਹਨੇ ਲੈ ਜਾਣਾ। ਉਹਦੀ ਫਸਲ ਆ ਅਸੀਂ ਸਾਰੇ, ਪਤਾ ਨਹੀਂ ਉਹਨੇ ਕਦੋਂ ਵੱਢ ਕੇ ਲੈ ਜਾਣਾ। ਸਰੀਰ ਉਹਦੀ ਫਸਲ ਹੈ, ਪਤਾ ਨਹੀਂ ਉਹ ਬਚਪਨ 'ਚ ਵੱਢ ਲਏ, ਜਵਾਨੀ 'ਚ ਵੱਢ ਲਏ, ਬੁਢੇਪੇ 'ਚ ਵੱਢ ਲਏ, ਉਹਦੀ ਮਰਜ਼ੀ ਹੈ। ਪਰ ਤੇਰਾ ਕਰਮ ਕੀ ਹੈ? ਮਹਾਰਾਜ ਕਹਿੰਦੇ ਉਹ ਸੋਚ ਹੈ। ਤੂੰ ਭੋਗਣ ਨਹੀਂ ਆਇਆ, ਤੂੰ ਕਰਮ ਕਮਾਉਣ ਆਇਆ। ਹੀਰੇ ਜੈਸਾ ਜਨਮ, ਜਨਮ ਤੈਨੂੰ ਮਿਲਿਆ ਹੀਰਿਆਂ ਵਰਗਾ। ਬਸ ਇਸ ਜਨਮ ਨੂੰ ਜੀਵਨ ਬਣਾਉਣਾ ਹੈ। ਜੀਵਨ ਜਨਮ ਦੇ ਦਿੱਤਾ ਵਾਹਿਗੁਰੂ ਨੇ, ਜੀਵਨ ਸਾਡਾ ਗੁਰੂ ਨੇ ਘੜਨਾ ਹੈ। ਜਨਮ ਸਾਨੂੰ ਮਿਲਿਆ ਹੈ, ਸਾਰਿਆਂ ਨੂੰ ਜਨਮ ਮਿਲਦਾ ਹੈ, ਪਰ ਜੀਵਨ ਜਿਹੜਾ ਗੁਰੂ ਦੇ ਨਾਲ ਬਣਦਾ ਹੈ। ਗੁਰੂ ਸਾਨੂੰ ਦੱਸਦਾ ਜੀਵਨ ਦਾ ਮਨੋਰਥ ਕੀ ਹੈ। ਅਤੇ ਮਹਾਰਾਜ ਕਹਿੰਦੇ ਇਹ ਤੇਰਾ ਅਸਲੀ ਕਰਮ, ਤੂੰ ਸਿਰਫ ਭੋਗਣ ਨਹੀਂ ਆਇਆ, ਤੂੰ ਕੁਝ ਕਰਨ ਆਇਆ ਹੈ। ਤੇਰੇ ਜੀਵਨ ਦਾ ਇੱਕ ਮਨੋਰਥ ਹੈ, ਇਸ ਸਰੀਰ ਦਾ ਇੱਕ ਮਨੋਰਥ, ਉਹਨੂੰ ਯਾਦ ਕਰਕੇ ਤੂੰ ਕਰਨ ਕੀ ਆਇਆ, ਉਹਦੇ ਵੱਲ ਧਿਆਨ ਦੇ। ਮਹਾਰਾਜ ਕਹਿੰਦੇ ਜਿਨ ਹਰ ਤੇਰਾ ਰਚਨ ਰਚਿਆ, ਜਿਹਨੇ ਤੈਨੂੰ ਬਣਾਇਆ ਸੀ, ਰਚਿਆ ਸੀ, ਪੈਦਾ ਕੀਤਾ ਸੀ, ਸੋ ਹਰ ਮਨ ਨਾ ਵਸਾਇਆ, ਉਹਨੂੰ ਤੂੰ ਮਨ 'ਚ ਨਹੀਂ ਵਸਾਇਆ ਉਸ ਵਾਹਿਗੁਰੂ ਨੂੰ। ਹੋਰ ਹੀ ਕਰਮਾਂ ਵੱਲ ਲੱਗਾ ਰਿਹਾ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਮਹਾਰਾਜ ਕਹਿੰਦੇ ਭਾਈ ਹੁਣ ਪੂਰਬਲੇ ਕਰਮ ਜਿਨ੍ਹਾਂ ਦੇ ਜਾਗੇ ਉਹਨਾਂ ਨੂੰ ਸਰੀਰ ਮਿਲਦਾ ਹੈ, ਅਤੇ ਜਿਨ੍ਹਾਂ ਦੇ ਪੂਰਬਲੇ ਕਰਮ ਕਿਤੇ ਚੰਗੇ ਹੁੰਦੇ ਉਹਨਾਂ ਨੂੰ ਸਤ ਸੰਗਤ ਮਿਲਦੀ, ਉਹਨਾਂ ਨੂੰ ਗੁਰੂ ਦਾ ਦਰ ਮਿਲਦਾ ਹੈ। ਹਰ ਕਿਸੇ ਨੂੰ ਨਹੀਂ ਮਿਲਦਾ। ਮਹਾਰਾਜ ਕਹਿੰਦੇ ਜਿਹਦੇ ਪੂਰਬਲੇ ਕਰਮ ਜਾਗਦੇ, ਹੁਣ ਸਾਰਿਆਂ ਨੂੰ ਦੇਹ ਮਿਲੀ ਹੈ, ਸਾਨੂੰ ਸਾਰਿਆਂ ਨੂੰ ਇਹ ਕੋਈ ਕਰਮ ਐਸਾ ਆਪਾਂ ਕੀਤਾ ਹੋਏਗਾ ਜਿਹਦਾ ਕਰਕੇ ਵਾਹਿਗੁਰੂ ਨੇ ਸਾਨੂੰ ਦੇਹ ਦਿੱਤੀ ਮਨੁੱਖਾ, ਜਿਹਦੇ ਵਿੱਚ ਸਾਨੂੰ ਸੋਚਣ ਸਮਝਣ ਦੀ ਹਰ ਚੀਜ਼ ਦੀ ਆਜ਼ਾਦੀ ਹੈ, ਵਾਹਿਗੁਰੂ ਨੇ ਸਾਨੂੰ ਦਿੱਤੀ ਹੈ ਜੀ। ਪਰ ਸਤਿਗੁਰੂ ਕਹਿੰਦੇ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਕਿ ਤੈਨੂੰ ਗੁਰੂ ਮਿਲ ਗਿਆ, ਅਤੇ ਜਿਨ੍ਹਾਂ ਨੂੰ ਗੁਰੂ ਮਿਲ ਗਿਆ, ਗੁਰ ਪ੍ਰਸਾਦੀ ਹਰ ਮਨ ਵਸਿਆ। ਜਿਨ੍ਹਾਂ ਦੇ ਉੱਤੇ ਗੁਰੂ ਨੇ ਕਿਰਪਾ ਕੀਤੀ, ਗੁਰੂ ਮਿਲ ਗਿਆ, ਉਹਨਾਂ ਦੇ ਮਨ ਦੇ ਵਿੱਚ ਹਰੀ ਵਸ ਗਿਆ, ਵਾਹਿਗੁਰੂ ਵਸ ਗਿਆ। ਅਤੇ ਸਤਿਗੁਰੂ ਕਹਿੰਦੇ ਹਰੇਕ ਦੇ ਨਹੀਂ ਵਸਦਾ ਭਾਈ, ਪੂਰਬ ਲਿਖਿਆ ਪਾਇਆ। ਜਿਨ੍ਹਾਂ ਦੇ ਉੱਤੇ ਪੂਰਬਲੇ ਕਰਮਾਂ ਦਾ ਰਹਿਮਤ ਹੁੰਦੀ ਹੈ ਵਾਹਿਗੁਰੂ, ਪੂਰਬਲੇ ਕਰਮਾਂ ਦੀ ਜਿਨ੍ਹਾਂ ਦੇ ਉੱਤੇ ਰਹਿਮਤ ਹੁੰਦੀ ਹੈ, ਜਿਨ੍ਹਾਂ ਦੇ ਕੋਈ ਪਿਛਲੇ ਭਾਗ ਜਾਗਦੇ ਉਹਨਾਂ ਨੂੰ ਵਾਹਿਗੁਰੂ ਮਿਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਨੁੱਖ ਜੇ ਇਹ ਕਵੇ ਕਿ ਮੈਂ ਸੰਸਾਰ ਦੇ ਉੱਤੇ ਕਰਮ ਕਰਦਾ
उस कर्म का हिसाब जिहड़ा मैं चंगे कर्म भी करदा उहदा हिसाब भी मैनूं मिले ते माड़ियां दा भी मिले। सतगुर कहंदे इवें नहीं हुंदा भाई, जे शरीर दे विच रह के ते तूं विकार कमाई जावें ते कवें कि मैनूं मुक्ति मिल जावे, मैनूं रब मिल जावे, मैनूं गुरु मिल जावे, नहीं होना। बीजै दाख बिजौरियां किकर बीजै जट, हंडै उन्न कताईं दा पैदा लोड़ै पट। बीजिया होवे किकर ते आखे दाखां मिलन बिजौरियां मिलन, मैनूं मेवे मिलन, ये नहीं हो सकदा। ते उन्न जिहड़ी है उहदे बदले रेशम भालदा, इंज भी नहीं हो सकदा। जीवन सारा विकारी गवा लिया, रब दा भजन कीता ही नहीं, बंदगी कीती ही नहीं, अजाई गवा लिया, तो फिर गुरप्रसाद कित्थों वरतेगा? नहीं वरत सकदा। गुरप्रसाद जीवन च साध संगत उदों वरतदा है जदों मनुख ਕਰਮਾਂ ਨੂੰ ਛੱਡ ਕੇ ਉਸ ਵਾਹਿਗੁਰੂ ਨਾਲ ਪ੍ਰੀਤ ਪਾ ਲੈਂਦਾ ਹੈ। ਫਿਰ ਗੁਰੂ ਦੀ ਕਿਰਪਾ ਵਰਤਦੀ ਹੈ, ਪ੍ਰੀਤ ਪਾ ਲੈਂਦਾ, ਫਿਰ ਸੰਗਤ ਵੀ ਕਰਦਾ ਹੈ ਮਨੁੱਖ, ਬਾਣੀ ਵੀ ਪੜ੍ਹਦਾ ਹੈ। ਪਰ ਇੱਕ ਗੱਲ ਯਾਦ ਰੱਖਦਾ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਸਾਨੂੰ ਸੰਗਤ 'ਚ ਬਿਠਾਇਆ, ਤੇਰਾ ਸ਼ੁਕਰ ਹੈ ਤੂੰ ਬੰਦਗੀ ਦੀ ਦਾਤ ਦਿੱਤੀ, ਤੇਰਾ ਸ਼ੁਕਰ ਹੈ ਤੂੰ ਨਿਤਨੇਮ ਦੀ ਦਾਤ ਦਿੱਤੀ। ਇਹ ਗੁਰੂ ਦਾ ਸ਼ੁਕਰਾਨਾ ਕਰਦਿਆਂ ਕਰਦਿਆਂ ਫਿਰ ਗੁਰੂ ਦਾ ਪ੍ਰਸਾਦ ਵਰਤ ਜਾਂਦਾ। ਠੀਕ ਹੈ, ਨਹੀਂ ਮਨ ਟਿਕਦਾ, ਹਰ ਇੱਕ ਦਾ ਨਹੀਂ ਟਿਕਦਾ, पर हौली हौली जो गुरु रहमत करनी शुरू कर दिंदा है, मनुख आपा भाव गवाउंदा गवाउंदा फिर वाहिगुरू का रूप हो जाता। किवें हुंदा है? वो सतगुरु कहंदे गुर प्रसादी, गुरु की कृपा नाल हर मन वसिया, हरि मन च वसिया, महाराज सारियां दे वस गया। नहीं, सतगुरु कहंदे पूर्व लिखिया पाया भाई, जिन्हां दे पूर्वले कर्म जागे, जिन्हां ने किते भगती कीती होएगी अपने पूर्वलियां कर्मां च, उन्हां दे उत्ते सतगुरु ने रहमत कीती ते सतगुरु कहंदे आ भाई उन्होंने वाहिगुरू मिल पिया। कहै नानक एहो शरीर परवान होआ, जिन सतगुर स्यों चित लाया। सतगुरु कहंदे भाई शरीर उन्हां दा परवान है जिहड़े सतगुरु दे नाल चित ला लैंदे। धन गुरु अमरदास सच्चे पातशाह जी का बड़ा प्यारा सिख है, नाम है भाई पारो। महाराज ने परमहंस की उपाधि दी सी, पारो परमहंस। गोइंदवाल की धरती से आउंदे आ, भावें गुरु अंगद देव महाराज के सिख सन, उपरंत सिक्खी जिहड़ी दृढ़ होई तो फिर गुरु अमरदास महाराज के कोल आउण लग पे। डल्ला पिंड सी इन्हां दा, दरिया टप के दुआबे वाली साइड, सुल्तानपुर वाली साइड, तो गोइंदवाल साहब इन्हां दा आउणा जाना सी पक्का। सतगुरां नूं कहंदे महाराज गुरु अमरदास सच्चे पातशाह ऐसी कृपा करो, नाम की दात दिओ सतगुरु। गुरु अमरदास महाराज कहंदे गुरसिखा जा बाणी पढ़िया कर, सिमरन करया कर, इस जीव दे नाल जपिया कर, तैनूं प्राप्ति हो जाएगी। गुरसिख ने हुक्म मन्निया, भाई पारो जी ने हुक्म मन्निया, जपना शुरू कर दिता। जीव दे नाल बड़ा रस आया। ਜਦੋਂ 2 ਮਹੀਨੇ ਲੰਘੇ ਜਪਦਿਆਂ ਜਪਦਿਆਂ ਬੜਾ ਆਨੰਦ ਆਇਆ ਤੇ ਸਤਿਗੁਰਾਂ ਦੇ ਕੋਲ ਫੇਰ ਆਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੂੰ ਨਮਸਕਾਰ ਕੀਤੀ। ਸਤਿਗੁਰੂ ਕਹਿੰਦੇ ਹਾਂ ਭਾਈ ਜਪਣ ਲੱਗ ਗਿਆ? ਹਾਂਜੀ ਮਹਾਰਾਜ ਜਪਣ ਲੱਗ ਗਿਆ। ਸਤਿਗੁਰੂ ਇਦੋਂ ਅੱਗੇ ਵੀ ਕਿਰਪਾ ਕਰੋ, ਜੀਵ ਨਾਲ ਜਪਣਾ ਆਨੰਦ ਬੜਾ ਆਉਂਦਾ ਹੈ, ਇਹਦੇ ਤੋਂ ਅੱਗੇ ਵੀ ਕਿਰਪਾ ਕਰੋ। ਸਤਿਗੁਰੂ ਕਹਿੰਦੇ ਭਾਈ ਫਿਰ ਮਧਮਾ ਬਾਣੀ ਦੁਆਰਾ ਜਪਿਆ ਕਰ। ਵੈਖਰੀ ਜੀਵ ਦੇ ਨਾਲ ਮਧਮਾ ਹੁੰਦੀ ਗਲੇ ਤੋਂ, ਕੰਠ ਤੋਂ, ਜਿੱਥੋਂ ਸਾਡੀ ਆਵਾਜ਼ ਨਿਕਲਦੀ ਹੈ। शब्द साडे जीभ बनाउंदी है, आवाज़ साडी जिहड़ी गले चों निकलती है। सतगुर कहंदे मधमा बाणी द्वारा जपिया करेगा, जा हुण मधमा द्वारा जपिया कर। घरे जाके फिर जपना शुरू कर दिता मधमा बाणी द्वारा, गले द्वारा वाहिगुरू वाहिगुरू की धुन सुनते आ, होर रस वध गया, बड़ा आनंद आया। फिर कुछ समा पिया गुरु अमरदास महाराज के दर्शनां नूं आए। सतगुरु सच्चे पातशाह बड़ी रहमत वरती है, कृपा करो महाराज जी इदों अगे भी कोई अवस्था हैगी वो दे दिओ। गुरु अमरदास महाराज कहंदे लै गुरसिखा फिर तू होर जप, अपने मन द्वारा जपिया कर, अपने मन दे नाल जप, तेरे हिरदे च नाम टिक जाएगा, हिरदे चों वाहिगुरू वाहिगुरू धुन सुनेगी। भाई पारो जी चले गए, जाके जपना शुरू कर दिता। मन द्वारा जपदे आ वाहिगुरू वाहिगुरू, सिमरन की दात इन्नी रौह जुड़दी, मन टिक जाता है, जीवन दे विच आनंद प्राप्त हो गया है। हुण मन दे विच जिहड़ा हिरदे च वाहिगुरू निकल आ पे। साध संगत मन की है साडा, हुण आपां सारे भावें चुप भी बैठे होइए तां भी साडा मन कई गल्लां सोचदा ही रहिंदा, बोलदा रहिंदा है ना। पर जिन्हां दा वो भी बोलना हट जांदा, उहनूं कहंदे मन द्वारा जपना।
ਜਿਵੇਂ ਆਪਾਂ ਵਿਹਲੇ ਬੈਠੇ ਹੋਈਏ ਕਿਤੇ ਮਨ ਸੋਚਦਾ ਰਹਿੰਦਾ ਕੋਈ ਨਾ ਕੋਈ ਘਟਨਾ, ਕੋਈ ਨਾ ਕੋਈ ਗੱਲ, ਪਰ ਜਿਹੜੇ ਗੁਰਮੁਖ ਹੁੰਦੇ ਉਹਨਾਂ ਦਾ ਮਨ ਵਾਹਿਗੁਰੂ ਨੂੰ ਚੇਤੇ ਕਰਨ ਲੱਗ ਪੈਂਦਾ। ਉਹ ਮਨ ਦੁਆਰਾ ਜਪਣਾ ਹੁੰਦਾ, ਮਨ ਦੇ ਦੁਆਰਾ ਜਪਣਾ ਸ਼ੁਰੂ ਕਰ ਦਿੱਤਾ। ਸਮਾਂ ਬੀਤਿਆ, ਗੁਰੂ ਅਮਰਦਾਸ ਮਹਾਰਾਜ ਦੇ ਕੋਲ ਫੇਰ ਆਏ। ਸਤਿਗੁਰਾਂ ਨੂੰ ਆਣ ਕੇ ਕਿਹਾ, ਮਹਾਰਾਜ ਸੱਚੇ ਪਾਤਸ਼ਾਹ ਬੜਾ ਆਨੰਦ ਬਣਿਆ, ਬੜੀ ਕਿਰਪਾ ਤੁਹਾਡੀ, ਸਤਿਗੁਰੂ ਇੱਦੋਂ ਅੱਗੇ ਕਿਰਪਾ ਕਰੋ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਫਿਰ ਪਰਾਬਾਣੀ ਦੁਆਰਾ ਜਪਿਆ ਕਰੇਗਾ। ਪਰਾਬਾਣੀ ਕੀ ਹੈ? ਸਾਡੀ ਧੁਨੀ 'ਚੋਂ ਜਿੱਥੋਂ ਆਵਾਜ਼ ਉਤਪੰਨ ਹੁੰਦੀ ਹੈ, ਆਪਾਂ ਸਵਾਸ ਲੈਂਦੇ ਹਾਂ ਅਤੇ ਧੁਨੀ 'ਚ ਸਾਡੇ ਜਿਹੜੀ ਹੈ ਨਾ ਹਵਾ ਉਹ ਪੈਦਾ ਹੁੰਦੀ ਹੈ, ਉਹਦੇ ਨਾਲ ਗਲੇ ਤੱਕ ਆਉਂਦੀ ਹੈ ਅਤੇ ਅੱਖਰ ਬਣਦੇ। ਸਤਿਗੁਰੂ ਕਹਿੰਦੇ ਫਿਰ ਪਰਾਬਾਣੀ ਦੁਆਰਾ ਜਪਿਆ ਕਰੇਗਾ। ਹੁਣ ਪਰਾਬਾਣੀ ਦੁਆਰਾ ਵੀ ਰਹਿਮਤ ਹੋਣ ਲੱਗ ਪਈ, ਧੁਨੀ 'ਚੋਂ ਨਾਮ ਉੱਠਦਾ ਹੈ, ਵਾਹਿਗੁਰੂ ਦੀ ਧੁਨ ਛਿੜਦੀ ਹੈ, ਸਾਰੇ ਸਰੀਰ 'ਚ ਫਿਰ ਰੋਂ ਜਿਹੜੇ ਖੜੇ ਹੋ ਜਾਂਦੇ, ਆਨੰਦ ਆਉਂਦਾ। ਸਮਾਂ ਬੀਤਿਆ, ਸਤਿਗੁਰਾਂ ਦੇ ਕੋਲ ਫੇਰ ਆ ਗਏ। ਮੈਂ ਗੱਲ ਕਰ ਰਿਹਾ ਸਰੀਰ ਪ੍ਰਵਾਨ ਕਿਵੇਂ ਹੁੰਦਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਆ, ਗੁਰੂ ਸਾਹਿਬ ਬੜੀ ਕਿਰਪਾ ਤੁਹਾਡੀ, ਸਤਿਗੁਰੂ ਇੱਦੋਂ ਅੱਗੇ ਕੀ ਅਵਸਥਾ ਹੈ ਉਹ ਵੀ ਦੇ ਦਿਓ। ਮਹਾਰਾਜ ਕਹਿੰਦੇ, ਗੁਰਸਿੱਖਾ ਚੱਲ ਫਿਰ ਰੋਮ ਰੋਮ ਤੂੰ ਧਿਆਏਗਾ, ਤੇਰਾ ਰੋਮ ਰੋਮ, ਤੇਰੇ ਸਰੀਰ ਦਾ ਇੱਕ ਇੱਕ ਕੇਸ ਜਿਹੜਾ ਹੈ ਨਾ ਉਹਦੇ ਵਿੱਚੋਂ ਵਾਹਿਗੁਰੂ ਦੇ ਨਾਮ ਦੀ ਧੁਨ ਆਏਗੀ। ਹੁਣ ਜਪਦਾ ਹੈ ਭਾਈ ਪਾਰੋ, ਰੋਜ਼ ਘਰ ਜਾ ਕੇ ਆਨੰਦ ਦੇ ਨਾਲ ਬੈਠਦੇ ਜਪਦੇ ਨੇ, ਰੋਮ ਰੋਮ ਦੇ ਵਿੱਚੋਂ ਵਾਹਿਗੁਰੂ ਦੀ ਧੁਨ ਸੁਣਦੀ ਹੈ, ਰੋਮ ਰੋਮ 'ਚੋਂ ਸਰੀਰ ਦਾ ਵਾਲ ਵਾਲ। ਸਤਿਗੁਰਾਂ ਨੇ ਕਿਹਾ, ਗੁਰਮੁਖ ਰੋਮ ਰੋਮ ਹਰ ਧਿਆਵੇ। ਇਹ ਅਵਸਥਾ ਕਿਤੇ ਪ੍ਰਾਪਤ ਹੋ ਜਾਵੇ ਸਾਧ ਸੰਗਤ, ਇਹ ਸਤਿਗੁਰਾਂ ਅੱਗੇ ਅਰਦਾਸ ਜ਼ਰੂਰ ਕਰਿਆ ਕਰੀਏ। ਹੁਣ ਰੋਮ ਰੋਮ ਦੁਆਰਾ ਵਾਹਿਗੁਰੂ ਦੀ ਬੰਦਗੀ ਜਿਹੜੀ ਹੋਣ ਲੱਗ ਪਈ ਹੈ। ਸਮਾਂ ਪਿਆ ਹੈ, ਸਤਿਗੁਰਾਂ ਦੇ ਦਰਸ਼ਨਾਂ ਨੂੰ ਆਏ। ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰੋ, ਇੱਦੋਂ ਅੱਗੇ ਕੋਈ ਅਵਸਥਾ ਹੈਗੀ ਤੇ ਦਿਓ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਚੱਲ ਗੁਰਸਿੱਖਾ ਫਿਰ ਤੈਨੂੰ ਸੰਸਾਰ ਦੀ ਹਰ ਵਸਤੂ ਦੇ ਵਿੱਚੋਂ ਨਾਮ ਦੀ ਪ੍ਰਾਪਤੀ ਹੋਏਗੀ। ਹਰ ਵਸਤੂ, ਹਰ, ਭਾਵੇਂ ਪੰਛੀ ਬੋਲਣ, ਭਾਵੇਂ ਰੁੱਖ ਜਿਹੜੇ ਹਿੱਲਣ, ਹਰ ਚੀਜ਼ ਤੋਂ ਕਣ ਕਣ 'ਚੋਂ ਤੈਨੂੰ ਵਾਹਿਗੁਰੂ ਦੀ ਆਵਾਜ਼ ਸੁਣੇਗੀ। ਲੱਗ ਪਿਆ ਭਾਈ ਪਾਰੋ ਪਰਮਹੰਸ ਬੰਦਗੀ ਕਰਨ, ਸਰੀਰ ਦਾ ਰੋਮ ਰੋਮ ਵੀ ਵਾਹਿਗੁਰੂ ਜਪਦਾ ਹੈ। ਜਿੱਥੋਂ ਦੀ ਲੰਘਦਾ, ਰੁੱਖ ਦੇ ਕੋਲੋਂ ਦੀ ਲੰਘਦਾ, ਉਹਦੇ ਵਿੱਚੋਂ ਆਵਾਜ਼ ਸੁਣਦੀ ਹੈ ਵਾਹਿਗੁਰੂ। ਜਦੋਂ ਕੋਈ ਪੰਛੀ ਬੋਲਦਾ ਉਹਦੀ ਧੁਨ ਚੀਂ ਚੀਂ ਨਹੀਂ ਸੁਣਦੀ, ਉਹਦੇ ਵਿੱਚੋਂ ਵੀ ਵਾਹਿਗੁਰੂ ਦੇ ਨਾਮ ਦੀ ਬੰਦਗੀ ਦੀ ਨਾਮ ਦੀ ਆਵਾਜ਼ ਸੁਣਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਸਮਾਂ ਬੀਤਿਆ ਫੇਰ ਆਏ। ਮਹਾਰਾਜ ਸੱਚੇ ਪਾਤਸ਼ਾਹ ਬੜਾ ਆਨੰਦ ਬਣਿਆ, ਆਪ ਜੀ ਨੇ ਬੜੀ ਕਲਿਆਣ ਕੀਤੀ। ਸਤਿਗੁਰੂ ਇੱਦੋਂ ਅਗਲੀ ਅਵਸਥਾ ਵੀ ਕੋਈ ਹੈਗੀ ਤੇ ਦੇ ਦਿਓ। ਸਤਿਗੁਰੂ ਹੱਸ ਪਏ ਗੁਰੂ ਅਮਰਦਾਸ, ਕਿਉਂਕਿ ਸਾਧ ਸੰਗਤ ਜਿਹੜੀ ਨਾਮ ਦੀ ਭੁੱਖ ਹੁੰਦੀ ਉਹ ਖਤਮ ਨਹੀਂ ਹੁੰਦੀ। ਨਾਮ ਦੀ ਭੁੱਖ ਨਾਲ ਮਨੁੱਖ ਹੋਰ ਕਹਿੰਦਾ ਹੋਰ ਜਪਾਂ ਥੋੜ੍ਹਾ ਹੋਰ ਪ੍ਰਾਪਤ ਹੋ ਜੇ। ਕੀ ਹੁੰਦਾ ਕਿ ਗੁਰਮੁਖ ਜਦੋਂ ਸਾਧ ਸੰਗਤ ਜਪਣ ਲੱਗ ਜਾਂਦਾ ਹੈ ਨਾ, ਫਿਰ ਜਪਦਾ ਹੁੰਦਾ ਕੀ ਹੈ ਕਿ ਉਹਦੀ ਭੁੱਖ ਇੰਨੀ ਕੁ ਵੱਧ ਜਾਂਦੀ, ਉਹ ਫਿਰ ਕਹਿੰਦਾ ਕਿ ਮੈਂ ਜਿਹੜਾ ਪਿਛਲਾ ਸਮਾਂ ਕੱਢ ਲਿਆ ਨਾ, ਜਿਵੇਂ ਕੋਈ ਨੇ 20 ਸਾਲ ਦੀ ਉਮਰ 'ਚ ਜਾ ਕੇ ਜਪਣਾ ਸ਼ੁਰੂ ਕੀਤਾ ਹੋਵੇ, ਅਤੇ ਉਹ ਫਿਰ ਸੋਚਦਾ ਕਿ ਮਨਾ ਜਿਹੜੇ 20 ਸਾਲ ਪਿਛਲੇ ਤੇ ਤੂੰ ਐਵੇਂ ਗਵਾਤੇ। ਫਿਰ ਪਤਾ ਲੱਗਦਾ ਜੀਵਨ ਦਾ ਕਿ ਜੀਵਨ ਦੇ 20 ਸਾਲ ਐਵੇਂ ਗਵਾਤੇ। ਜਦੋਂ ਕੋਈ 25 ਸਾਲਾਂ ਦਾ ਹੋ ਕੇ ਜਪਣਾ ਸ਼ੁਰੂ ਕਰਦਾ, ਜਿਹਨੂੰ ਨੂੰ ਪਤਾ ਲੱਗਦਾ ਕਿ ਇੰਨਾ ਰਸ ਹੈ ਇਹਦੇ ਵਿੱਚ, ਅਤੇ ਫਿਰ ਕਬੀਰ ਸਾਹਿਬ ਦੇ ਕਹਿੰਦੇ, ਭਾਈ ਨਾਮ ਦੀ ਤੇ ਲੁੱਟ ਪਈ ਹੈ, ਜੇ ਲੁੱਟਣਾ ਤੇ ਲੁੱਟ ਲੈ। ਰਾਮ ਨਾਮ ਹੈ ਲੂਟ, ਲੁੱਟਣਾ ਤੇ ਲੁੱਟ ਲੈ, ਪਰ ਲੁੱਟਦਾ ਕੋਈ ਨਹੀਂ, ਇੱਧਰ ਨਹੀਂ ਲੁੱਟਣ ਵੱਲ ਜਾਂਦੇ। ਉਹ ਫਿਰ ਗੁਰਮੁਖ ਪਿਆਰਾ ਕਹਿੰਦਾ ਕਿ ਪਿਛਲੇ 20 ਸਾਲ 25 ਸਾਲ ਐਵੇਂ ਗਵਾਤੇ। ਹੁਣ ਆਨੰਦ ਬੜਾ ਬਣਦਾ ਹੈ। ਭਾਈ ਪਾਰੋ ਪਰਮਹੰਸ ਕਹਿੰਦੇ, ਮਹਾਰਾਜ ਇਸ ਤੋਂ ਅਗਲੀ ਅਵਸਥਾ। ਸਤਿਗੁਰੂ ਹੱਸ ਕੇ ਕਹਿੰਦੇ, ਭਾਈ ਪਾਰੋ ਤੂੰ ਪਰਮਹੰਸ ਹੋ ਗਿਆ, ਅੱਜ ਤੋਂ ਤੇਰਾ ਸਰੀਰ ਗੁਰੂ ਦੇ ਦਰ 'ਤੇ ਪ੍ਰਵਾਨ ਹੋ ਗਿਆ। ਇਹ ਤੋਂ ਅਗਲੀ ਅਵਸਥਾ ਕੋਈ ਨਹੀਂ ਹੈਗੀ। ਹੁਣ ਸਿਰਫ ਤੇਰੇ ਵਿੱਚ ਤੇ ਮੇਰੇ ਵਿੱਚ ਬਸ ਸਰੀਰ ਕਰਕੇ ਫਰਕ ਹੈ। ਤੂੰ ਗੁਰੂ ਦਾ ਰੂਪ ਹੋ ਗਿਆ, ਤੇਰਾ ਸਰੀਰ ਪ੍ਰਵਾਨ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰੂ ਸਿਉ ਚਿੱਤ ਲਾਇਆ। ਜਿਨ੍ਹਾਂ ਨੇ ਸਤਿਗੁਰੂ ਦੇ ਨਾਲ ਚਿੱਤ ਲਾਇਆ। ਭਾਈ ਪਾਰਵ ਪਰਮਹੰਸ ਨੂੰ ਮਹਾਰਾਜ ਕਹਿੰਦੇ, ਗੁਰਸਿੱਖਾ ਆ ਤੈਨੂੰ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣਾ ਦਈਏ, ਤੈਨੂੰ ਅਗਲਾ ਗੁਰੂ ਬਣਾ ਦਈਏ। ਦੋਵੇਂ ਹੱਥ ਜੋੜ ਲਏ ਨੇ ਭਾਈ ਪਾਰੋ ਪਰਮਹੰਸ ਨੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਦਾਤਾਂ ਦੇਣ ਵਾਲੇ ਤੁਸੀਂ, ਮੈਂ ਕੌਣ ਹੁੰਦਾ? ਮਹਾਰਾਜ ਕਿਰਪਾ ਕਰੋ, ਮੈਂ ਇਸ ਗੁਰਤਾ ਗੱਦੀ 'ਤੇ ਨਹੀਂ ਬਹਿਣਾ। ਮਹਾਰਾਜ ਕਹਿੰਦੇ, ਫਿਰ ਮੰਗ ਕੀ ਮੰਗਦਾ ਹੈ? ਅਤੇ ਭਾਈ ਪਾਰੋ ਪਰਮਹੰਸ ਕਹਿੰਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਨਾਮ ਦੀ ਦਾਤ ਦੇ ਦਿਓ। ਹਾਲੇ ਵੀ ਨਾਮ ਦੀ ਦਾਤ ਗੁਰਸਿੱਖ ਮੰਗਦੇ। ਗੁਰਸਿੱਖ ਨੂੰ ਪਦਵੀ ਦੀ ਜ਼ਰੂਰਤ ਨਹੀਂ ਹੈ, ਉਹਨੂੰ ਗੁਰੂ ਦੀ ਜ਼ਰੂਰਤ ਹੈ। ਉਹ ਆਪਣੇ ਸਰੀਰ ਨੂੰ ਪ੍ਰਵਾਨ ਕਰਾਉਣ ਵਾਸਤੇ ਸੰਸਾਰ 'ਤੇ ਆਉਂਦੇ। ਹੁਣ ਸਰੀਰ ਵੀ ਪ੍ਰਵਾਨ, ਮਨ ਵੀ ਪ੍ਰਵਾਨ, ਨੇਤਰ ਵੀ ਪ੍ਰਵਾਨ, ਹਰ ਜਗ੍ਹਾ ਦੇ ਤੋਂ ਨਾਮ ਸੁਣਦਾ ਹੈ। ਅਤੇ ਭਾਈ ਪਾਰੋ ਪਰਮਹੰਸ ਮਹਾਰਾਜ ਨੂੰ ਕਹਿੰਦੇ ਆ
कि महाराज सच्चे पातशाह कृपा करो फिर हुण अपने चरनां 'च ही निवास बख्श दो। सतगुर कहंदे फिर भाई अपने घर जाओ तो इस देह नूं त्याग के साडे चरनां 'च सਦੀवी तौर पर टिक जाओ। फिर भाई परमहंस जिहड़े सन इन्हां ने अपना शरीर तक त्यागया सी। सो सतगुरु सच्चे पातशाह दे दर ते प्रवान कौन हुंदा है? महाराज कहंदे शरीर भी प्रवान हो जाएगा गुरसिखा जे सतगुरु नाल चित्त ला लेगा, जे जपना शुरू कर देगा, बंदगी जीवन दे विच लै आवेगा, फिर गुरमुख रोम रोम हर ध्यावे तो अगली अवस्था भी प्राप्त हो जाए। पर प्राप्त विरलिਆਂ ਨੂੰ ਹੁੰਦੀ है ਜਿਹੜੇ ਜਪਦੇ ਆ, ਜਿਹੜੇ ਬੰਦਗੀ ਕਰਦੇ ਆ। ਸੋ ਸਤਿਗੁਰੂ ਰਹਿਮਤ ਕਰਨ ਮਹਾਰਾਜ ਅੱਜ ਦੀ ਇਸ 35ਵੀਂ ਪੌੜੀ ਦੁਆਰਾ ਕਹਿੰਦੇ ਆ ਭਾਈ ਸਰੀਰ ਨੂੰ ਪ੍ਰਵਾਨ ਕਰਾਉਣ ਵਾਸਤੇ ਤੂੰ ਸੰਸਾਰ 'ਤੇ ਆਇਆ। ਇਹ ਜਿਹੜੇ ਹੋਰਲੇ ਕਰਮ ਕਰਦਾ ਹੈ ਕਿਤੇ ਉਸ ਕਰਮ 'ਚ ਲੱਗ ਗਿਆ, ਕਿਸੇ ਉਸ ਕਰਮ 'ਚ ਸਤਿਗੁਰੂ ਕਹਿੰਦੇ ਉਹ ਕਰਮ ਛੱਡ ਦੇ ਸਾਰੇ ਦੇ ਸਾਰੇ, ਇੱਕ ਕੰਮ ਕਰ, ਗੁਰੂ ਦਾ ਪੱਲਾ ਫੜ ਲਾ ਤੇ ਸਤਿਗੁਰੂ ਦੇ ਦਰ 'ਤੇ ਪ੍ਰਵਾਨ ਹੋ ਜਾ। ਤੇ ਤੇਰਾ ਸਰੀਰ ਜਦੋਂ ਪ੍ਰਵਾਨ ਹੋ ਗਿਆ फिर तेनों वो अवस्था प्राप्त हो जाएगी जिथे ना दुख ना सुख, फिर तेरा जीवन सुहेला हो जाएगा। सो सतगुरु रहमत करन उपदेश हिरदे च वसे होइयां बेअंत भुल्लां चुकां दी खिमा। समाप्ति है जी। बलाओ फतेह। वाहिगुरू जी का खालसा, वाहिगुरू जी की फतेह।